ਅੱਗੇ ਲਿਖਿਆ ਹੈ, ਮੇਰੇ ਕਰਮ ਉੱਚੇ ਨੇ ਜੋ ਬਾਬਾ ਜੀ ਦੀ ਸੰਗਤ ਮਿਲ ਰਹੀ ਆ। ਇਹੋ ਹੀ ਖਤਰਾ ਹੈ ਸਾਧਕ ਨੂੰ, ਕਿਉਂਕਿ ਜਦੋਂ ਤੁਹਾਨੂੰ ਖੁਸ਼ੀ ਮਿਲਦੀ ਹੈ, ਆਨੰਦ ਮਿਲਦਾ ਹੈ ਨਾ, ਉਦੋਂ ਹੀ ਤੁਸੀਂ ਆਪਣਾ ਅਹੰਕਾਰ ਮਜ਼ਬੂਤ ਕਰਦੇ ਹੋ। ਇਹ ਅਕਸਰ ਹੁੰਦਾ ਹੈ। ਹੁਣ ਇੱਥੇ ਆਪਣੇ ਕਰਮ ਉੱਚੇ ਹਨ, ਮਹਾਨ ਹਨ, ਸ੍ਰੇਸ਼ਟ ਹਨ, ਤਾਂ ਬਾਬਾ ਜੀ ਦੀ ਸੰਗਤ ਮਿਲ ਰਹੀ ਹੈ। ਭਾਵ ਕਿ ਮੈਂ ਜੋ ਕੀਤਾ ਹੈ ਬਹੁਤ ਉੱਚਾ ਹੈ, ਮੇਰੇ ਕੀਤੇ ਕਾਰਨ ਹੀ ਬਾਬਾ ਜੀ ਦੀ ਸੰਗਤ ਮਿਲ ਰਹੀ ਹੈ। ਆ ਗਈ ਨਾ, ਮੈਂ ਹੰਕਾਰ ਆ ਗਿਆ, ਕਰਮਾਂ ਦਾ ਹੰਕਾਰ, ਕਿ ਮੈਂ ਕੁਝ ਕੀਤਾ ਸੀ ਚੰਗਾ, ਮਹਾਨ ਕੋਈ ਸ੍ਰੇਸ਼ਟ ਕਰਮ, ਤਾਂ ਹੀ ਸੰਗਤ ਮਿਲੀ ਹੈ ਨਾ। ਤੇ ਜਿੰਨਾ ਹੰਕਾਰ ਆਉਂਦਾ ਹੈ ਨਾ, ਓਨੇ ਹੀ ਤੁਸੀਂ ਪ੍ਰਭੂ ਕਿਰਪਾ ਜਾਂ ਗੁਰੂ ਕਿਰਪਾ ਤੋਂ ਦੂਰ ਜਾਂਦੇ ਹੋ। ਕਿਉਂਕਿ ਤੁਹਾਡਾ ਮਨ ਮਜ਼ਬੂਤ ਹੁੰਦਾ ਹੈ ਕਿ ਮੇਰੇ ਕਾਰਨ ਹੀ ਮੈਨੂੰ ਆਨੰਦ ਮਿਲ ਰਿਹਾ ਹੈ। ਕਹਿਣ ਦਾ ਭਾਵ ਹੈ ਕਿ ਮੈਂ ਕੁਝ ਕੀਤਾ ਹੈ ਤਾਂ ਸੰਗਤ ਮਿਲੀ, ਤਾਂ ਹੀ ਆਨੰਦ ਮਿਲ ਰਿਹਾ ਹੈ, ਮੇਰੇ ਕਾਰਨ। ਐਸੇ ਹੀ ਸਾਧਕ ਨੂੰ ਬਹੁਤ ਵਾਰਾ ਡਿੱਗਣ ਦਾ ਖਤਰਾ ਹੁੰਦਾ ਹੈ। ਇਸੇ ਕਾਰਨ ਹੀ ਮੈਂ ਕਹਿੰਦਾ ਹਾਂ ਨਾ ਵੀ ਆਪਣੇ ਭਾਵ ਪ੍ਰਗਟ ਕਰਿਆ ਕਰੋ। ਵੀ ਤੁਸੀਂ ਡਿੱਗਣੋਂ ਬਚ ਜਾਓਗੇ। ਅਗਰ ਨਾ ਭਾਵ ਪ੍ਰਗਟ ਕੀਤੇ, ਤੁਸੀਂ ਫੇਰ ਸੰਸਾਰ ਦੇ ਵਿੱਚ ਹੀ ਡਿੱਗ ਪਾਓਗੇ। ਧਰਮ ਕਰਮ ਦੇ ਨਾਲ ਵੀ ਹੰਕਾਰ ਹੀ ਪੈਦਾ ਹੁੰਦਾ। ਦੇਖੋ, ਤੇ ਇੱਥੇ ਆਨੰਦ ਮਿਲ ਰਿਹਾ ਹੈ, ਕਹਿ ਰਹੀ ਹੈ। ਅੰਦਰ ਖੁਸ਼ੀ ਮਿਲ ਰਹੀ ਹੈ, ਪਰ ਮਿਲ ਰਹੀ ਹੈ ਵੀ ਮੇਰੇ ਭਾਗ ਉੱਚੇ ਹਨ। ਇਸ ਕਾਰਨ ਖੁਸ਼ੀ ਨੂੰ ਵੀ ਹੰਕਾਰ ਦੇ ਨਾਲ ਹੀ ਜੋੜ ਲਿਆ ਨਾ, ਤੇ ਖੁਸ਼ੀ ਵੀ ਸੰਸਾਰਿਕ ਹੀ ਹੋ ਗਈ। ਮੈਂ ਆ ਗਈ ਵਿੱਚ, ਤੇ ਜਦੋਂ ਮੈਂ ਆ ਜਾਂਦੀ ਹੈ ਨਾ, ਦੇਖੋ ਫਿਰ ਅਗਲੀ ਪੰਕਤੀ ਦੇ ਵਿੱਚ ਲਿਖਿਆ ਹੈ, ਮੰਜ਼ਿਲ ਵੀ ਜ਼ਰੂਰ ਮਿਲੇਗੀ। ਇਹ ਮੈਂ ਆ ਗਈ ਤੇ ਉਸੇ ਵੇਲੇ ਮੰਜ਼ਿਲ ਦੀ ਗੱਲ ਖਿਆਲ ਵਿੱਚ ਆ ਜਾਂਦੀ ਹੈ। ਪਹਿਲੀਆਂ ਪੰਕਤੀਆਂ 'ਚ ਲਿਖਿਆ ਸੀ, ਪ੍ਰਭੂ ਦੀ ਪਿਆਸ ਬਹੁਤ ਸੁਖਦਾਈ ਹੈ। ਜਦੋਂ ਪਿਆਸ ਹੀ ਸੁਖਦਾਈ ਹੈ, ਫਿਰ ਮੰਜ਼ਿਲ ਦੀ ਚਾਹਤ ਕਿਉਂ? ਜਦੋਂ ਪਿਆਸ ਦੇ ਵਿੱਚ ਹੀ ਆਨੰਦ ਹੈ, ਫਿਰ ਮੰਜ਼ਿਲ ਦੀ ਚਾਹਤ ਕਿਉਂ?
ਤੇ ਮੰਜ਼ਲ ਦੀ ਚਾਹਤ ਤੁਹਾਨੂੰ ਫਿਰ ਸੰਸਾਰ 'ਚ ਲੈ ਕੇ ਜਾਂਦੀ ਹੈ। ਖਿਆਲ ਵਿੱਚ ਰੱਖੋ, ਇਵੇਂ ਹੀ ਹਜ਼ਾਰਾਂ ਹੀ ਸਾਧਕ ਭਟਕਦੇ ਹਨ, ਕਿਉਂਕਿ ਉਹ ਮੰਜ਼ਿਲ 'ਤੇ ਪਹੁੰਚਣਾ ਚਾਹੁੰਦੇ ਹਨ ਤੇ ਮੰਜ਼ਿਲ ਅੱਗੇ ਹੈ। ਮਨ ਅੱਗੇ ਭੱਜਦਾ ਰਹਿੰਦਾ ਹੈ ਵੀ ਆਊਗੀ ਮੰਜ਼ਿਲ, ਆਊਗੀ ਮੰਜ਼ਿਲ, ਵਾਸ਼ਨਾ ਬਣ ਜਾਂਦੀ ਹੈ ਮੰਜ਼ਿਲ। ਤੇ ਪ੍ਰਮਾਤਮਾ ਵਾਸ਼ਨਾ ਦਾ ਹਿੱਸਾ ਨਹੀਂ ਹੈ, ਚਾਹਤ ਦਾ ਹਿੱਸਾ ਨਹੀਂ ਹੈ। ਸੰਸਾਰ ਹੈ ਵਾਸ਼ਨਾ ਦਾ ਹਿੱਸਾ। ਸੰਸਾਰ 'ਚ ਮੰਜ਼ਿਲ ਪਾਉਣੀ ਹੈ ਤੁਸੀਂ ਕਿਸੇ ਨੇ, ਤੁਹਾਨੂੰ ਚਾਹਤ ਕਰਨੀ ਪੈਂਦੀ ਹੈ, ਕਿਸੇ ਮੰਜ਼ਿਲ 'ਤੇ ਪਹੁੰਚਣਾ ਹੈ। ਰਾਤ ਦਿਨ ਮਿਹਨਤ ਕਰੂਗਾ ਤਾਂ ਪਹੁੰਚੂਗਾ, ਕਿਉਂਕਿ ਸੰਸਾਰ ਬਾਹਰ ਹੈ, ਤੁਹਾਡੇ ਤੋਂ ਦੂਰ ਹੈ। ਪਰਮਾਤਮਾ ਦੂਰ ਥੋੜ੍ਹੀ ਹੈ ਤੁਹਾਡੇ ਤੋਂ, ਉਹ ਤੇ ਬਹੁਤ ਨੇੜੇ ਹੈ। ਨੇੜੇ ਹੋ ਤੇ ਨੇਰਾ, ਅਤੀ ਨੇੜੇ, ਤੁਹਾਡੇ ਅੰਦਰ ਹੀ ਹੈ ਮੌਜੂਦ। ਭਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਏ। ਇੱਕ ਛੋਟਾ ਜਿਹਾ ਪੜਦਾ ਹੰਕਾਰ ਮੈਂ ਦਾ, ਬਹੁਤ ਬਾਰੀਕ, ਉਹੀ ਹਟਾਉਣਾ ਹੈ, ਉਹੀ ਚੱਕਣਾ ਹੈ। ਘੁੰਗਟ ਕੇ ਪਟ ਖੋਲ ਪਿਆ ਮਿਲੇਂਗੇ, ਕਿਹਾ ਹੈ ਕਿਸੇ ਸ਼ਾਇਰ ਨੇ। ਉਹ ਹੀ ਹੈ ਘੁੰਗਟ, ਉਹਨੂੰ ਚੱਕਣਾ ਹੈ, ਪਰਦਾ ਚੱਕਣਾ ਹੈ ਤੇ ਅੰਦਰ ਪੀਆ ਮਿਲੇਂਗੇ। ਉਹ ਤੇ ਅੰਦਰ ਹੀ ਮੌਜੂਦ ਹੈ। ਪਰ ਚਾਹਤ ਮੰਜ਼ਿਲ ਦੀ ਅੱਗੇ ਲੈ ਕੇ ਜਾਂਦੀ ਤੇ ਬਹੁਤ ਸਾਧਕ ਇਸੇ ਚਾਹ ਨੂੰ ਲੈ ਕੇ ਹੀ ਭਟਕਦੇ ਹਨ। ਪਰਮਾਤਮਾ ਨੂੰ ਪਾਉਣਾ ਹੈ, ਮੰਜ਼ਿਲ 'ਤੇ ਪਹੁੰਚਣਾ ਹੈ, ਕੁਛ ਪਾਉਣਾ ਹੈ। ਤੇ ਜਿਹੜਾ ਪਾਉਣ ਵਾਲਾ ਹੈ ਉਹ ਤੇ ਬਣਿਆ ਰਹਿੰਦਾ ਹੈ ਨਾ, ਉਹ ਹੀ ਮੈਂ ਹੈ, ਉਹ ਹੀ ਹੰਕਾਰ ਹੈ। ਸੰਸਾਰ ਦੇ ਵਿੱਚ ਪਾਉਣਾ ਹੈ ਪਹਿਲਾਂ ਕਹਿੰਦਾ ਹੈ, ਹੁਣ ਕਹਿੰਦਾ ਹੈ ਭਈ ਨਹੀਂ ਉਧਰ ਤੋਂ ਮਿਲਿਆ ਨਹੀਂ, ਹੁਣ ਅੰਦਰ ਪਾਉਣਾ ਹੈ ਕੁਛ, ਪਰਮਾਤਮਾ ਨੂੰ ਪਾਉਣਾ ਹੈ ਕੁਛ। ਤੇ ਪਾਉਣ ਦੀ ਚਾਹਤ ਛੱਡਣੀ ਹੈ। ਸੰਸਾਰ ਦੀ ਚਾਹਤ ਹੁੰਦੀ ਹੈ, ਸਾਰੀਆਂ ਚਾਹਤਾਂ ਛੱਡ ਦਿਓ। ਮੈਂ ਕਹਿੰਦਾ ਝੂਠ ਨੂੰ ਛੱਡ ਦਿਓ, ਸੱਤ ਮਿਲਿਆ ਹੀ ਹੋਇਆ ਹੈ, ਕਿਉਂਕਿ ਸੱਤ ਤੁਹਾਡੇ ਅੰਦਰ ਹੈ, ਝੂਠ ਬਾਹਰ ਹੈ। ਝੂਠ ਨੂੰ ਪਾਉਣਾ ਪੈਂਦਾ ਹੈ, ਸੱਤ ਨੂੰ ਪਾਉਣਾ ਨਹੀਂ ਪੈਂਦਾ ਹੈ। ਝੂਠ ਨੂੰ ਪਕੜ ਪਕੜ ਕੇ ਰੱਖਣਾ ਪੈਂਦਾ ਹੈ, ਤਾਂ ਵੀ ਖਿਸ ਖਿਸ ਕੇ ਜਾਂਦਾ ਹੈ। ਦੇਖੋ ਤੁਸੀਂ ਕਿੰਨਾ ਪਕੜਦੇ ਹੋ ਝੂਠ ਨੂੰ, ਯਾਦ ਰੱਖਦੇ ਹੋ, ਕੋਲੇ ਰੱਖਦੇ ਹੋ, ਸੰਬੰਧ ਬਣਾਉਂਦੇ ਹੋ ਵਾਰ-ਵਾਰ ਝੂਠ ਨਾਲ। ਝੂਠ ਫਿਰ ਵੀ ਖਿਸ ਖਿਸ ਕੇ ਜਾਂਦਾ ਹੈ, ਤਦੇ ਤਾਂ ਤੁਸੀਂ ਡਰਦੇ ਹੋ ਨਾ। ਤੇ ਆਖਰਕਾਰ ਝੂਠ ਨੇ ਛੁੱਟ ਹੀ ਜਾਣਾ, ਜਿਹੜਾ ਹੈ ਹੀ ਝੂਠ ਛੁੱਟਣਾ ਹੀ ਹੈ ਨਾ। ਦੇਖੋ ਝੂਠ ਨੂੰ ਛੱਡਣ ਤੋਂ ਵੀ ਆਦਮੀ ਡਰਦਾ ਹੈ, ਕਿੰਨਾ ਪੈ ਪੀਤ। ਕਮਾਲ ਦੀ ਗੱਲ ਹੀ ਹੈ ਨਾ, ਜਿਹੜਾ ਛੁੱਟ ਹੀ ਜਾਣਾ ਹੈ ਉਹਨੂੰ ਛੱਡਣ ਤੋਂ ਡਰਦਾ ਹੈ। ਸੱਚ ਸਮਝ ਲਿਆ ਨਾ, ਤਾਂ ਹੀ ਤੁਸੀਂ ਛੱਡਣ ਤੋਂ ਡਰਦੇ ਹੋ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰਾ ਮੇਰਾ ਮੇਰੀ ਮੇਰੀ ਕਰ ਕਰਕੇ ਤੁਸੀਂ ਸੋਚ ਲਿਆ ਮੇਰੇ ਹਨ ਮੇਰੇ ਹਨ ਮੇਰੇ ਹਨ। ਖਿਆਲ ਬੈਠ ਗਿਆ ਮੇਰੇਪਨ ਦਾ, ਘਰ ਮੇਰਾ ਹੈ, ਪਰਿਵਾਰ ਮੇਰਾ ਹੈ, ਜਾਇਦਾਦ ਮੇਰੀ ਹੈ, ਆ ਵੀ ਮੇਰਾ ਹੈ, ਆ ਵੀ ਮੇਰਾ ਹੈ। ਤੁਹਾਡਾ ਤੇ ਇਹ ਸਰੀਰ ਵੀ ਨਹੀਂ ਹੈ, ਬਾਹਰ ਤੇ ਕਿਵੇਂ ਮੇਰਾਪਨ ਹੋ ਸਕਦਾ। ਤੇ ਖਿਆਲ ਕਰ ਲਿਆ ਨਾ ਮੇਰਾ ਹੈ, ਵਾਰ-ਵਾਰ ਸੋਚਣ ਕਰਕੇ ਤੁਸੀਂ ਜੁੜ ਗਏ। ਹੁਣ ਉਹ ਮੇਰੇ ਦੇ ਖਿਆਲ ਨੂੰ ਛੱਡਣਾ ਹੈ ਸਿਰਫ, ਪਰ ਉਹ ਖਿਆਲ ਨੂੰ ਛੱਡਣ ਤੋਂ ਵੀ ਤੁਸੀਂ ਡਰਦੇ ਹੋ ਕਿ ਅਗਰ ਮੇਰਾ ਕੋਈ ਰਿਹਾ ਇਹਨਾਂ ਤੇ ਫਿਰ, ਤੇ ਆਖਰਕਾਰ ਛੱਡਣਾ ਹੀ ਹੈ ਸਾਰਾ ਕੁਝ, ਛੱਡਣਾ ਹੈ ਨਾ। ਕਿੰਨਾ ਕੁ ਚਿਰ ਰਹੋਗੇ, ਫਿਰ ਪੱਕਾ ਨਹੀਂ ਹੈ ਵੀ ਬੁੱਢੇ ਹੋ ਕੇ ਹੀ ਸਾਰੇ ਮਰੋ, ਕੋਈ ਪਹਿਲਾਂ ਵੀ ਮਰ ਸਕਦਾ ਹੈ। ਮੌਤ ਦਾ ਪਤਾ ਥੋੜ੍ਹੀ ਹੈ ਕਦੋਂ ਆ ਜਾਣੀ,
ਅਗਰ ਤਿਆਰ ਨਾ ਹੋਏ ਤੁਸੀਂ, ਬਾਹਰੋਂ ਨਾ ਛੱਡਿਆ ਹੋਇਆ ਸੰਸਾਰ ਨੂੰ, ਫਿਰ ਤੜਫੋਗੇ, ਫਿਰ ਵੀ ਛੁੱਟੇਗਾ ਹੀ ਨਾ। ਜਦੋਂ ਛੁੱਟਣਾ ਹੀ ਹੈ ਤੇ ਮੈਂ ਕਹਿੰਦਾ ਹਾਂ ਪਹਿਲਾਂ ਹੀ ਛੱਡੋ। ਛੱਡ ਕੇ ਦੇਖੋ, ਅਜੇ ਥੋੜਾ ਥੋੜਾ ਛੁੱਟਿਆ ਹੈ। ਤੇ ਲਿਖਿਆ ਹੈ ਬਾਬਾ ਜੀ ਅੱਜ ਤਾਂ ਆਨੰਦ ਹੀ ਆ ਗਿਆ। ਅਜੇ ਥੋੜਾ 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 ਆਇਆ ਹੈ। ਥੋੜੇ ਥੋੜੇ ਤੁਸੀਂ ਝੂਠ ਨੂੰ ਛੱਡਿਆ ਹੈ ਤੇ ਥੋੜਾ ਥੋੜਾ ਸੱਤ ਦੇ ਕਰੀਬ ਆਏ। ਤੇ ਜਿੰਨਾ ਝੂਠ ਨੂੰ ਛੱਡਦੇ ਗਏ ਉਹਨਾਂ ਸੱਤ ਦੇ ਕਰੀਬ ਆਈ ਜਾਓਗੇ। ਤੇ ਸੱਤ ਆਨੰਦਮਈ, ਝੂਠ ਦੁਖਦਾਈ ਹੈ। ਕਿਉਂਕਿ ਜਿਹੜਾ ਝੂਠ ਹੈ ਮਰ ਰਿਹਾ ਹੈ ਉਹ ਦੁਖਦਾਈ ਤੇ ਹੋਵੇਗਾ, ਕਿਉਂਕਿ ਮਰ ਹੀ ਰਿਹਾ ਹੈ, ਮਿਟ ਰਿਹਾ ਹੈ। ਤਾਂ ਮਿਟੇ ਗਏ ਤੇ ਦੁੱਖ ਤੇ ਦੇਵੇ ਗਏ, ਛੁੱਟੇ ਗਏ, ਦੁਖਦਾਈ ਤੇ ਹੈ। ਉਹਨਾਂ ਜਿੰਨਾ ਛੱਡੀ ਜਾਓਗੇ ਉਹਨਾਂ ਤੁਸੀਂ ਸ਼ਾਂਤ ਹੁੰਦੇ ਜਾਓਗੇ, ਸਹਿਜ ਹੁੰਦੇ ਜਾਓਗੇ, ਤੁਹਾਨੂੰ ਸੁੱਖ ਮਿਲੇਗਾ। ਅੰਦਰ ਖੁਸ਼ੀ ਮਿਲ ਰਹੀ ਹੈ, ਉਹ ਖੁਸ਼ੀ ਨੂੰ ਸੰਭਾਲ ਕੇ ਰੱਖੋ ਤੇ ਹੰਕਾਰ ਦਾ ਵਿਸ਼ਾ ਨਾ ਬਣਾਓ। ਜਦੋਂ ਹੰਕਾਰ ਦਾ ਵਿਸ਼ਾ ਬਣਾ ਲਿਆ ਤੁਸੀਂ ਫੇਰ ਸੰਸਾਰ ਦੇ ਵਿੱਚ ਭਟਕ ਜਾਓਗੇ। ਤੇ ਇਸ ਆਨੰਦ ਨੂੰ, ਇਸ ਖੁਸ਼ੀ ਨੂੰ ਅੰਦਰ ਸੰਭਾਲ ਕੇ ਰੱਖੋ, ਬਾਹਰ ਪ੍ਰਗਟ ਵੀ ਨਾ ਕਰੋ, ਸਹਿਜ ਰਹੋ। ਤੇ ਮੰਜ਼ਲ ਦੀ ਫਿਕਰ ਛੱਡੋ। मंजिल बाहर नहीं है, दूर। मंजिल ਜਦੋਂ ਤੁਸੀਂ ਕਹਿ ਰਹੇ ਹੋ ਉੱਪਰ ਵੀ ਪਿਆਸ ਦੇ ਵਿੱਚ ਵੀ ਬਹੁਤ ਹੀ ਰਸ ਹੈ, ਆਨੰਦ ਹੈ, ਤੋ ਉਸ ਰਸ ਤੇ ਪਿਆਸ ਦੇ ਵਿੱਚ ਤੁਸੀਂ ਅਗਰ ਡੁੱਬ ਜਾਓ ਨਾ ਤੇ ਉੱਥੇ ਹੀ ਮੰਜ਼ਿਲ ਆ ਜਾਵੇਗੀ। ਕਿਉਂਕਿ ਮੰਜ਼ਿਲ ਉੱਥੇ ਹੀ ਹੈ ਜਿੱਥੇ ਤੁਸੀਂ ਮਿਟ ਗਏ। ਜਦੋਂ ਤੁਸੀਂ ਮਿਟ ਗਏ ਉਦੋਂ ਮੰਜ਼ਿਲ ਆ ਗਈ। ਤੇ ਜੇ ਮੰਜ਼ਿਲ ਦੀ ਆਕਾਂक्षा ਕਰਦੇ ਰਹੇ ਫਿਰ ਮਿਟੋਗੇ ਥੋੜੀ, ਫਿਰ ਤਾਂ ਵਾਸ਼ਨਾ ਕਰ ਹੀ ਰਹੇ ਤੁਸੀਂ। ਤੇ ਉਸ ਪਿਆਰ